ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਦੋਂ ਵੀ ਨਹਾਉਣ ਜਾਂਦੀ ਮੈਨੂੰ ਕੋਈ ਲੁੱਕ ਕੇ ਦੇਖਦਾ ਸੀ। ਘਰ ਵਿੱਚ ਮੇਰਾ ਮੁੰਡਾ ਤੇ ਮੈਂ ਇਕੱਲੇ ਰਹਿੰਦੇ ਸੀ, ਪਰ ਮੈਂ ਆਪਣੇ ਮੁੰਡੇ ਤੇ ਸ਼ੱਕ ਨਹੀਂ ਕਰ ਸਕਦੀ ਸੀ। ਇੱਕ ਦਿਨ ਅਚਾਨਕ ਮੈਂ ਆਪਣੇ ਮੁੰਡੇ ਦੇ ਕਮਰੇ ਵਿੱਚ ਗਈ। ਉਸ ਦਾ ਫੋਨ ਦੇਖ ਕੇ ਮੇਰੀ ਚੀਕ ਨਿਕਲ ਗਈ, ਕਿਉਂਕਿ ਉਸਨੇ ਤਾਂ ਅੱਜ ਫਿਰ ਤੋਂ ਮੈਂ ਇਸੇ ਉਲਝਣ ਦਾ ਸ਼ਿਕਾਰ ਸੀ। ਜਿਵੇਂ ਹੀ ਮੈਂ ਨਹਾਉਣ ਲਈ ਬਾਥਰੂਮ ਵਿੱਚ ਜਾਂਦੀ ਸੀ, ਮੈਨੂੰ ਲੱਗਦਾ ਸੀ ਕੋਈ ਅਜੀਬ ਜਿਹੀਆਂ ਨਜ਼ਰਾਂ ਹਨ ਜੋ ਮੈਨੂੰ ਦੇਖ ਰਹੀਆਂ ਹਨ। ਮੈਂ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਦੇਖਦੀ, ਪਰ ਮੈਨੂੰ ਉੱਥੇ ਕੋਈ ਵੀ ਨਜ਼ਰ ਨਾ ਆਉਂਦਾ। ਮੇਰੀ ਬਾਥਰੂਮ ਵਿੱਚ ਸਿਰਫ ਇੱਕ ਹੀ ਰੌਸ਼ਨਦਾਨ ਸੀ, ਜਿਸ ਨੂੰ ਮੈਂ ਚੰਗੀ ਤਰ੍ਹਾਂ ਬੰਦ ਕਰ ਦਿੰਦੀ ਸੀ, ਪਰ ਫਿਰ ਵੀ ਅਜਿਹਾ ਲੱਗਦਾ ਸੀ ਜਿਵੇਂ ਚਾਰੇ ਪਾਸੇ ਦੀਵਾਰਾਂ ਤੇ ਅੱਖਾਂ ਅੱਡੀਆਂ ਹੋਈਆਂ ਹਨ ਜੋ ਮੈਨੂੰ ਦੇਖ ਰਹੀਆਂ ਹਨ। ਮੈਂ ਕੋਈ ਵਹਿਮੀ ਕਿਸਮ ਦੀ ਔਰਤ ਨਹੀਂ ਸੀ, ਪਰ ਮੈਂ ਪੂਰਾ ਬਾਥਰੂਮ ਦੇਖ ਚੁੱਕੀ ਸੀ। ਕਿਤੇ ਕੁਝ ਵੀ ਮੈਨੂੰ ਨਜ਼ਰ ਨਹੀਂ ਆਇਆ ਸੀ। ਮੈਂ ਜਿਵੇਂ ਹੀ ਨਹਾਉਣ ਜਾਂਦੀ ਜਲਦੀ ਹੀ ਬਾਹਰ ਨਿਕਲ ਆਉਂਦੀ। ਕਦੇ-ਕਦੇ ਤਾਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਕਿਸੇ ਦਿਮਾਗੀ ਬਿਮਾਰੀ ਨਾਲ ਗ੍ਰਿਫਤਾਰ ਹੋ ਚੁੱਕੀ ਹਾਂ। ਅੱਜ ਵੀ ਮੈਂ ਬਹੁਤ ਜਲਦੀ ਨਾਲ ਸ਼ਾਵਰ ਲਿਆ ਤੇ ਫਟਾਫਟ ਨਾਲ ਕੱਪੜੇ ਬਦਲ ਕੇ ਬਾਥਰੂਮ 'ਚੋਂ ਬਾਹਰ ਆ ਗਈ। ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਨਾਲ ਇਹੀ ਹੋ ਰਿਹਾ ਸੀ। ਮੈਨੂੰ ਹਰ ਸਮੇਂ ਅਜਿਹਾ ਮਹਿਸੂਸ ਹੁੰਦਾ ਕਿ ਮੈਂ ਕਿਸੇ ਨਜ਼ਰਾਂ ਵਿੱਚ ਹਾਂ ਜਾਂ ਮੈਨੂੰ ਕੋਈ ਦੇਖ ਰਿਹਾ, ਤੇ ਇਸ ਗੱਲ ਦੀ ਵਜ੍ਹਾ ਨਾਲ ਮੈਂ ਇਸ ਕਦਰ ਪਰੇਸ਼ਾਨ ਸੀ ਕਿ ਸ਼ਾਇਦ ਲਫ਼ਜ਼ਾਂ ਵਿੱਚ ਆਪਣੀ ਪਰੇਸ਼ਾਨੀ ਨੂੰ ਦੱਸ ਨਹੀਂ ਸਕਦੀ ਸੀ। ਨਾ ਤਾਂ ਮੈਂ ਕਦੇ ਜਵਾਨ ਸੋਹਣੀ ਹਸੀਨ ਕੁੜੀ ਸੀ ਕਿ ਮੈਂ ਕਿਸੇ ਤੇ ਸ਼ੱਕ ਕਰਦੀ, ਬਲਕਿ ਉਮਰ ਦੇ ਜਿਸ ਹਿੱਸੇ ਵਿੱਚ ਮੈਂ ਸੀ ਉੱਥੇ ਤਾਂ ਕੋਈ ਵੀ ਅਜਿਹੀ ਹਰਕਤ ਮੇਰੇ ਵਰਗੀ ਔਰਤ ਨਾਲ ਕਰਨ ਦਾ ਸੋਚ ਵੀ ਨਹੀਂ ਸਕਦਾ ਸੀ। ਤੇ ਮੇਰੇ ਘਰ ਵਿੱਚ ਸਿਰਫ ਦੋ ਹੀ ਸ਼ਖਸ ਸੀ। ਰਵੀ ਮੇਰਾ ਸੌਤੇਲਾ ਬੇਟਾ ਸੀ। ਬਹੁਤ ਘੱਟ ਉਮਰ ਵਿੱਚ ਹੀ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਆਕਾਸ਼ ਨਾਲ ਕਰ ਦਿੱਤਾ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ, ਪਰ 6 ਮਹੀਨਿਆਂ ਬਾਅਦ ਹੀ ਉਹ ਕਿਸੇ ਹੋਰ ਕੁੜੀ ਨੂੰ ਪਿਆਰ ਕਰਨ ਲੱਗਿਆ ਤੇ ਮੈਨੂੰ ਤਲਾਕ ਦੇ ਦਿੱਤਾ। ਮੈਂ ਆਪਣੇ ਪੇਕੇ ਘਰ ਆ ਗਈ। ਫਿਰ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਰਵੀ ਦੇ ਪਾਪਾ ਨਾਲ ਕਰ ਦਿੱਤਾ, ਕਿਉਂਕਿ ਮੈਂ ਇੱਕ ਗਰੀਬ ਕੁੜੀ ਸੀ। ਰਵੀ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਹੁਣ ਮੈਂ ਰਵੀ ਦੀ ਸੌਤੇਲੀ ਮਾਂ ਸੀ। ਰਵੀ ਦੇ ਪਾਪਾ ਮੇਰੇ ਤੋਂ 20 ਜਾਂ 22 ਸਾਲ ਵੱਡੇ ਸੀ। ਮੇਰੇ ਵਿਆਹ ਨੂੰ 8 ਸਾਲ ਹੀ ਗੁਜ਼ਰੇ ਸੀ ਕਿ ਪਤੀ ਵੀ ਚੱਲ ਬਸੇ। ਮੈਂ 25 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਤੇ 33 ਸਾਲ ਦੀ ਉਮਰ ਵਿੱਚ ਮੈਂ ਵਿਧਵਾ ਹੋ ਗਈ। ਮੈਂ ਤੇ ਇੱਕ ਮੇਰਾ ਮੁੰਡਾ। ਮੇਰੇ ਪਤੀ ਦੀ ਮੌਤ ਨੂੰ 12 ਸਾਲ ਹੋ ਚੁੱਕੇ ਸੀ। ਮੇਰੇ ਪਤੀ ਦੇ ਕਿਰਾਏ ਦੀ ਦੁਕਾਨ ਸੀ ਤੇ ਇਸ ਕਿਰਾਏ ਨਾਲ ਸਾਡਾ ਗੁਜ਼ਾਰਾ ਹੋ ਜਾਂਦਾ ਸੀ। ਹੁਣ ਤਾਂ ਮੇਰਾ ਮੁੰਡਾ ਨੌਕਰੀ ਵੀ ਕਰਨ ਲੱਗਿਆ ਸੀ। ਉਹ ਸਵੇਰੇ ਦਫ਼ਤਰ ਜਾਂਦਾ ਤੇ ਸ਼ਾਮ ਨੂੰ ਹੀ ਵਾਪਸ ਆਉਂਦਾ। ਪੂਰਾ ਦਿਨ ਘਰ ਵਿੱਚ ਮੇਰੇ ਇਲਾਵਾ ਕੋਈ ਨਹੀਂ ਹੁੰਦਾ ਸੀ। ਨੌਕਰਾਣੀ ਵੀ ਆਉਂਦੀ ਤੇ ਕੰਮ ਕਰਕੇ ਚਲੀ ਜਾਂਦੀ। ਫਿਰ ਇਹ ਕਿਹੜੀਆਂ ਨਜ਼ਰਾਂ ਸੀ ਜੋ ਮੈਨੂੰ ਮੇਰਾ ਦੀਦਾਰ ਕਰਦੀਆਂ ਸੀ। ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਦੇ ਜਾਲ ਵਿੱਚ ਫਸ ਚੁੱਕੀ ਹਾਂ। ਕੋਈ ਹਰ ਪਲ ਮੈਨੂੰ ਦੇਖਦਾ ਹੈ। ਜਦੋਂ ਇਹ ਨਜ਼ਰਾਂ ਬਾਥਰੂਮ ਵਿੱਚ ਮੇਰੇ ਤੋਂ ਉੱਠਦੀਆਂ ਹਨ ਤਾਂ ਮੈਨੂੰ ਇੱਕ ਅਜੀਬ ਜਿਹੀ ਉਲਝਣ ਹੁੰਦੀ ਆ। ਮੈਂ ਆਪਣੀ ਤਕਲੀਫ ਨੂੰ ਬਿਆਨ ਨਹੀਂ ਕਰ ਪਾ ਰਹੀ ਸੀ। ਮੈਂ ਕਿਸ ਤਕਲੀਫ 'ਚੋਂ ਗੁਜ਼ਰ ਰਹੀ ਹਾਂ, ਕਿਉਂਕਿ ਮੇਰੇ ਸਾਹਮਣੇ ਕੋਈ ਨਹੀਂ ਸੀ ਤੇ ਇਹ ਇੱਕ ਅਜਿਹੀ ਗੱਲ ਸੀ ਮੈਂ ਆਪਣੇ ਮੁੰਡੇ ਨੂੰ ਵੀ ਇਸ ਦਾ ਜ਼ਿਕਰ ਨਹੀਂ ਕਰ ਸਕਦੀ ਸੀ। ਉਹ ਮੇਰੇ ਬਾਰੇ ਵਿੱਚ ਕੀ ਸੋਚਦਾ, ਮੇਰੀ ਗੱਲ ਨੂੰ ਕਿਵੇਂ ਲੈਂਦਾ। ਸ਼ਾਮ ਨੂੰ ਜਦੋਂ ਮੇਰਾ ਮੁੰਡਾ ਰਵੀ ਦਫ਼ਤਰ ਤੋਂ ਵਾਪਸ ਆਇਆ ਤਾਂ ਮੈਂ ਖਾਣਾ ਗਰਮ ਕਰਕੇ ਸਾਹਮਣੇ ਰੱਖ ਦਿੱਤਾ। ਮੈਂ ਕਿਸੇ ਗਹਿਰੀ ਸੋਚ ਵਿੱਚ ਸੀ। ਜਦੋਂ ਮੇਰੇ ਮੁੰਡੇ ਨੇ ਕਿਹਾ ਕਿ ਤੁਸੀਂ ਕਿਹੜੀਆਂ ਸੋਚਾਂ ਵਿੱਚ ਗੁੰਮ ਹੋ, ਉਸ ਦੀ ਆਵਾਜ਼ ਤੇ ਮੈਂ ਚੌਂਕ ਗਈ ਸੀ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ। ਮੈਂ ਇਸ ਨੂੰ ਕੀ ਦੱਸਦੀ? ਇਸ ਗੱਲ ਦਾ ਮੈਨੂੰ ਖੁਦ ਵੀ ਠੀਕ ਤਰ੍ਹਾਂ ਪਤਾ ਨਹੀਂ ਸੀ। ਫਿਲਹਾਲ ਮੇਰੇ ਮੁੰਡੇ ਦਾ ਵਰਤਾਵ ਮੇਰੇ ਤੇ ਉਖੜਿਆ ਰਹਿੰਦਾ ਸੀ। ਮੈਂ ਉਸ ਨਾਲ ਹਮੇਸ਼ਾ ਹੀ ਗੱਲ ਕਰਦੀ ਹੋਈ ਹਿਚਕਚਾਉਂਦੀ ਸੀ। ਇੱਕ ਵਾਰ ਮੈਂ ਰਾਤ ਨੂੰ ਰਵੀ ਨੂੰ ਦੁੱਧ ਦਾ ਗਲਾਸ ਉਸ ਦੇ ਕਮਰੇ ਵਿੱਚ ਦੇਣ ਗਈ ਤਾਂ ਉਹ ਆਪਣੇ ਲੈਪਟਾਪ ਵਿੱਚ ਇਸ ਕਦਰ ਵਿਅਸਤ ਸੀ, ਮੇਰੇ ਆਉਣ ਦਾ ਉਸ ਨੂੰ ਪਤਾ ਹੀ ਨਾ ਚੱਲਿਆ। ਮੈਂ ਉਸ ਕੋਲ ਗਈ ਤੇ ਸਾਈਡ ਟੇਬਲ ਤੇ ਦੁੱਧ ਦਾ ਗਲਾਸ ਰੱਖ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਵਾਪਸ ਆਉਂਦੀ, ਉਸ ਦੀ ਲੈਪਟਾਪ ਤੇ ਜੋ ਮੰਜ਼ਰ ਦਿਖਿਆ, ਮੇਰੀ ਤਾਂ ਰੰਗਤ ਉੱਡ ਗਈ ਕਿ ਤੁਰੰਤ ਹੀ ਰਵੀ ਲੈਪਟਾਪ ਬੰਦ ਕਰਨ ਲੱਗਿਆ। ਮੈਨੂੰ ਦੇਖ ਕੇ ਕਹਿਣ ਲੱਗਿਆ, ਇਹ ਕੀ ਤਰੀਕਾ ਕਿਸੇ ਦੇ ਕਮਰੇ 'ਚ ਆਉਣ ਦਾ? ਤੁਸੀਂ ਦਰਵਾਜ਼ਾ ਕਿਉਂ ਨਹੀਂ ਖੜਕਾਇਆ? ਮੈਂ ਇੱਕਦਮ ਘਬਰਾ ਗਈ। ਅੱਜ ਹੀ ਗਈ ਸੀ। ਮੈਂ ਮੰਨਿਆ ਇਹ ਗਲਤੀ ਮੇਰੀ ਸੀ। ਮੈਨੂੰ ਦਰਵਾਜ਼ਾ ਖੜਕਾ ਕੇ ਆਉਣਾ ਚਾਹੀਦਾ ਸੀ, ਪਰ ਉਹ ਮੇਰਾ ਮੁੰਡਾ ਸੀ, ਇਸ ਲਈ ਮੈਂ ਇੱਦਾਂ ਹੀ ਚਲੀ ਗਈ। ਪਰ ਇਹ ਨਹੀਂ ਜਾਣਦੀ ਸੀ ਕਿ ਰਵੀ ਦੇ ਕਮਰੇ ਵਿੱਚ ਇਹ ਸਭ ਚੱਲ ਰਿਹਾ ਹੋਵੇਗਾ। ਫਿਲਹਾਲ ਮੈਂ ਕਮਰੇ ਤੋਂ ਬਾਹਰ ਨਿਕਲ ਕੇ ਆਪਣੇ ਕਮਰੇ 'ਚ ਆ ਗਈ। ਆਪਣੇ ਬੈੱਡ ਤੇ ਬੈਠ ਕੇ ਆਪਣੇ ਦੋਵਾਂ ਹੱਥਾਂ ਤੇ ਆਪਣਾ ਸਿਰ ਫੜ ਲਿਆ। ਮੇਰੇ ਦਿਮਾਗ ਵਿੱਚ ਜੋ ਅਜੀਬ ਗੱਲਾਂ ਆ ਰਹੀਆਂ ਸੀ ਉਸਨੇ ਮੇਰੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ। ਮੈਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ। ਉਹ ਮੇਰਾ ਮੁੰਡਾ ਅਜਿਹਾ ਕਿਵੇਂ ਕਰ ਸਕਦਾ? ਮੇਰੇ ਦਿਮਾਗ ਕਿਵੇਂ ਸੋਚਣ ਤੇ ਮਜਬੂਰ ਹੋਇਆ ਸੀ। ਮੇਰੀਆਂ ਅੱਖਾਂ ਤੋਂ ਤਕਲੀਫ ਦੇ ਹੰਝੂ ਵਹਿਣ ਲੱਗੇ। ਜੋ ਕੁਝ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ, ਇਸ ਨੂੰ ਸੋਚਣਾ ਵੀ ਮੈਨੂੰ ਪਾਪ ਲੱਗ ਰਿਹਾ ਸੀ।
ਮੈਂ ਖੁਦ ਨੂੰ ਝਟਕਿਆ ਤੇ ਸਮਝਾਇਆ ਕਿ ਅਜਿਹਾ ਮੁਮਕਿਨ ਨਹੀਂ ਹੈ। ਕੋਈ ਵੀ ਮੁੰਡਾ ਆਪਣੀ ਮਾਂ ਨਾਲ ਅਜਿਹਾ ਸਭ ਨਹੀਂ ਕਰ ਸਕਦਾ। ਮੁੰਡੇ ਇਸ ਉਮਰ ਵਿੱਚ ਅਜਿਹੀਆਂ ਗਲਤ ਚੀਜ਼ਾਂ ਦੇਖ ਲੈਂਦੇ ਹਨ, ਪਰ ਇਸ ਦਾ ਮਤਲਬ ਉਹ ਨਹੀਂ ਕਿ ਜੋ ਮੈਂ ਸੋਚ ਰਹੀ ਹਾਂ। ਬਹੁਤ ਮੁਸ਼ਕਲ ਨਾਲ ਮੈਂ ਖੁਦ ਨੂੰ ਨੋਰਮਲ ਕੀਤਾ। ਇੱਕ ਦਿਨ ਮੈਂ ਛੱਤ ਤੇ ਧੋਤੇ ਹੋਏ ਕੱਪੜੇ ਸੁਕਾ ਰਹੀ ਸੀ ਜਦੋਂ ਸਾਹਮਣੇ ਘਰ ਦੀ ਛੱਤ ਤੇ ਮੈਨੂੰ ਲੱਗਿਆ ਕਿ ਕਿਸੇ ਕੈਮਰੇ ਦੀ ਫਲੈਸ਼ ਮੇਰੇ ਤੇ ਪਈ ਆ। ਮੈਂ ਹੈਰਾਨੀ ਨਾਲ ਪਲਟ ਕੇ ਦੇਖਿਆ, ਕਿਸੇ ਦੀ ਪਰਛਾਈ ਜਿਹੀ ਨਜ਼ਰ ਆਈ, ਜਿਵੇਂ ਉੱਥੇ ਕੋਈ ਖੜਾ ਮੈਨੂੰ ਘੂਰ ਰਿਹਾ ਹੋਵੇ। ਪਰ ਜਿਵੇਂ ਹੀ ਮੇਰੀ ਨਜ਼ਰ ਪਈ, ਅਜਿਹਾ ਲੱਗਿਆ ਕੋਈ ਉੱਥੋਂ ਇੱਕਦਮ ਪਿੱਛੇ ਹਟਿਆ। ਮੈਂ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਸਾਹਮਣੇ ਦੀ ਛੱਤ ਮੈਨੂੰ ਇਸ ਸਮੇਂ ਖਾਲੀ ਨਜ਼ਰ ਆ ਰਹੀ ਸੀ। ਪਰ ਮੈਨੂੰ ਪੂਰਾ ਯਕੀਨ ਸੀ ਕਿ ਕੁਝ ਦੇਰ ਪਹਿਲਾਂ ਕੋਈ ਉੱਥੇ ਖੜਾ ਮੈਨੂੰ ਹੀ ਦੇਖ ਰਿਹਾ ਸੀ। ਕਿਸੇ ਨੇ ਸ਼ਾਇਦ ਆਪਣੇ ਮੋਬਾਈਲ ਤੇ ਮੇਰੀ ਫੋਟੋ ਲਈ ਆ। ਮੇਰਾ ਦਿਲ ਬੁਰੀ ਤਰ੍ਹਾਂ ਨਾਲ ਧੜਕਣ ਲੱਗਿਆ। ਇਸ ਮੁਹੱਲੇ ਵਿੱਚ ਆਏ ਹੋਏ ਹਾਲੇ ਸਾਨੂੰ ਕੁਝ ਮਹੀਨੇ ਹੀ ਹੋਏ ਸੀ ਤੇ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ, ਮੈਂ ਪਰੇਸ਼ਾਨ ਹੋ ਕੇ ਰਹਿ ਗਈ ਸੀ। ਮੈਨੂੰ ਹਰ ਸਮੇਂ ਮਹਿਸੂਸ ਹੁੰਦਾ ਸੀ ਕਿ ਮੈਂ ਕਿਸੇ ਦੀਆਂ ਨਜ਼ਰਾਂ ਵਿੱਚ ਆ ਤੇ ਕੋਈ ਮੇਰੇ ਤੇ ਧਿਆਨ ਰੱਖ ਰਿਹਾ। ਆਲੇ ਦੁਆਲੇ ਦੇ ਮੁਹੱਲੇ ਵਿੱਚ ਮੈਂ ਹੁਣ ਤੱਕ ਕਿਸੇ ਨੂੰ ਵੀ ਨਹੀਂ ਮਿਲ ਪਾਈ ਸੀ। ਕੁਝ ਮੇਰਾ ਸੁਭਾਅ ਹੀ ਅਲੱਗ ਰਹਿਣ ਦਾ ਸੀ ਤੇ ਮੇਰਾ ਮੁੰਡਾ ਵੀ ਸ਼ੱਕੀ ਮਿਜਾਜ ਦਾ ਸੀ। ਮੁਹੱਲੇ ਵਿੱਚ ਆਉਂਦੇ ਹੀ ਮੈਨੂੰ ਕਿਹਾ ਸੀ ਕਿ ਤੁਸੀਂ ਮੁਹੱਲੇ ਵਿੱਚ ਜ਼ਿਆਦਾ ਮੇਲ ਜੋਲ ਵਧਾਉਣ ਦੀ ਜ਼ਰੂਰਤ ਨਹੀਂ, ਬਸ ਆਪਣੇ ਘਰ ਵਿੱਚ ਹੀ ਰਿਹਾ ਕਰੋ। ਮੈਂ ਦੇਖਣ ਵਿੱਚ ਹੁਣ ਵੀ ਜਵਾਨ ਲੱਗਦੀ ਸੀ। ਅਕਸਰ ਹੀ ਮਾਂ ਬੇਟਾ ਕਿਤੇ ਜਾਂਦੇ ਤਾਂ ਲੋਕ ਮੇਰੇ ਮੁੰਡੇ ਨੂੰ ਇਹੀ ਕਹਿੰਦੇ ਕਿ ਸ਼ਾਇਦ ਮੈਂ ਇਸ ਦੀ ਵੱਡੀ ਭੈਣ ਹਾਂ ਤੇ ਇਹ ਵਜ੍ਹਾ ਸੀ ਕਿ ਰਵੀ ਨੂੰ ਮੇਰੇ ਤੋਂ ਇੱਕ ਤਰ੍ਹਾਂ ਦੀ ਚਿੜ ਹੋ ਚੁੱਕੀ ਸੀ। ਉਹ ਮੈਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਸੀ। ਮੈਨੂੰ ਹਲਕੇ ਕਲਰ ਦੇ ਕੱਪੜੇ ਬਣਵਾ ਕੇ ਦਿੰਦਾ ਤੇ ਕਹਿੰਦਾ ਕਿ ਤੁਸੀਂ ਮੇਰੇ ਬਾਪ ਦੀ ਵਿਧਵਾ ਹੋ, ਮੈਨੂੰ ਇਸ ਰੂਪ ਵਿੱਚ ਹੀ ਚੰਗੇ ਲੱਗਦੇ ਹੋ। ਮੈਂ ਬਿਲਕੁਲ ਸਾਦਾ ਹੁਲੀਆ ਅਪਣਾ ਲਿਆ। ਹਰ ਸਮੇਂ ਜਦੋਂ ਵੀ ਰਵੀ ਘਰ ਆਉਂਦਾ ਤਾਂ ਘਰ ਨੂੰ ਅਜੀਬ ਨਜ਼ਰਾਂ ਨਾਲ ਦੇਖਦਾ, ਜਿਵੇਂ ਉਸ ਦੇ ਪਿੱਛੇ ਘਰ ਮੈਂ ਕਿਸੇ ਨੂੰ ਬੁਲਾਇਆ ਹੋਵੇ। ਚਾਰੇ ਪਾਸੇ ਨਜ਼ਰ ਦੜਾਉਂਦਾ, ਕਦੇ ਮੇਰੇ ਕਮਰੇ 'ਚ ਚਲਾ ਜਾਂਦਾ। ਪੂਰੇ ਘਰ ਨੂੰ ਇਦਾਂ ਦੇਖਦਾ ਜਿਵੇਂ ਕੁਝ ਲੱਭ ਰਿਹਾ ਹੋਵੇ। ਜਦੋਂ ਮੈਂ ਪੁੱਛਦੀ ਤਾਂ ਕਹਿੰਦਾ ਕੁਝ ਨਹੀਂ, ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਮੈਂ ਨਹੀਂ ਜਾਣਦੀ ਸੀ ਕਿ ਉਸ ਦੇ ਨਾਲ ਕੀ ਮਸਲਾ ਸੀ, ਪਰ ਇਸ ਸਮੇਂ ਉਹੀ ਮੇਰਾ ਸਹਾਰਾ ਸੀ। ਮੁੰਡਾ ਵੀ ਸੀ ਤੇ ਮੈਂ ਹਮੇਸ਼ਾ ਉਸ ਨੂੰ ਮੁੰਡਾ ਸਮਝਿਆ ਸੀ। ਇਸ ਲਈ ਚੁੱਪ ਕਰਨ ਨਾਲ ਇਸ ਦਾ ਸੁਭਾਅ ਬਰਦਾਸ਼ਤ ਕਰਨ ਤੇ ਮਜਬੂਰ ਸੀ, ਕਿਉਂਕਿ ਰਵੀ ਤੋਂ ਇਲਾਵਾ ਮੇਰਾ ਕੋਈ ਦੂਜਾ ਸਹਾਰਾ ਨਹੀਂ ਸੀ। ਫਿਲਹਾਲ ਮੈਂ ਆਪਣੀ ਹੀ ਉਲਝਣ ਦਾ ਸ਼ਿਕਾਰ ਸੀ ਤੇ ਉੱਪਰ ਤੋਂ ਬੇਟਾ ਵੀ ਸ਼ੱਕੀ ਮਿਜਾਜ ਦਾ। ਹੁਣ ਮੈਂ ਇਹ ਮਾਮਲਾ ਹੱਲ ਵੀ ਨਹੀਂ ਕਰ ਪਾਈ ਸੀ ਕਿ ਇਹ ਮੁਸੀਬਤ ਨਵੀਂ ਆ ਗਈ ਤੇ ਬਰਾਬਰ ਵਾਲੀ ਛੱਤ ਤੋਂ ਕੋਈ ਮੈਨੂੰ ਦੇਖਦਾ ਸੀ ਤੇ ਮੇਰੀ ਤਸਵੀਰ ਵੀ ਲਈ ਸੀ। ਕਿਤੇ ਇਹ ਸ਼ਖਸ ਮੈਨੂੰ ਬਾਥਰੂਮ ਵਿੱਚ ਮੇਰੇ ਦਿਮਾਗ ਵਿੱਚ ਆਉਣ ਲੱਗਿਆ ਕਿ ਇਹ ਨਵੀਂ ਸੋਚ ਨੇ ਮੈਨੂੰ ਫਿਰ ਤੋਂ ਪਰੇਸ਼ਾਨੀ ਵਿੱਚ ਪਾ ਦਿੱਤਾ। ਮੈਂ ਫਿਰ ਤੋਂ ਖੁਦ ਨੂੰ ਝੂਠੀ ਤਸੱਲੀ ਦਿੱਤੀ ਕਿ ਕਿਉਂਕਿ ਮੈਂ ਬਾਥਰੂਮ ਦਾ ਕੋਨਾ ਦੇਖ ਚੁੱਕੀ ਸੀ। ਕਿਤੇ ਨਾ ਤਾਂ ਕੋਈ ਕੈਮਰਾ ਲੱਗਿਆ ਹੋਇਆ ਸੀ, ਨਾ ਕੋਈ ਜਿਹਾ ਸੁਰਾਖ ਸੀ ਕਿ ਕੋਈ ਝਾਕ ਸਕੇ। ਪਰ ਜਿਵੇਂ ਕਿਸੇ ਦਾ ਛੱਤ ਤੇ ਮੈਨੂੰ ਦੇਖਣਾ ਇੱਕ ਗਲਤ ਹਰਕਤ ਹੀ ਸੀ। ਇੱਕ ਵਾਰ ਮੇਰੇ ਘਰ ਦੇ ਦਰਵਾਜ਼ੇ ਤੇ ਦਸਤਕ ਹੋਈ। ਮੈਂ ਇਸ ਸਮੇਂ ਰਸੋਈ 'ਚ ਖਾਣਾ ਬਣਾਉਣ ਵਿੱਚ ਵਿਅਸਤ ਸੀ, ਕਿਉਂਕਿ ਰਵੀ ਦੇ ਦਫ਼ਤਰ ਤੋਂ ਆਉਣ ਦਾ ਸਮਾਂ ਸੀ। ਮੈਨੂੰ ਲੱਗਿਆ ਸ਼ਾਇਦ ਉਹ ਆ ਗਿਆ ਹੈ, ਪਰ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਇੱਕ 28 ਸਾਲਾ ਨੌਜਵਾਨ ਮੇਰੇ ਸਾਹਮਣੇ ਖੜਾ ਸੀ। ਤਕਰੀਬਨ ਰਵੀ ਦੀ ਉਮਰ ਦਾ ਸੀ। ਮੈਨੂੰ ਦੇਖ ਕੇ ਮੁਸਕਰਾਉਣ ਲੱਗਾ। ਇਸ ਦੇ ਹੱਥ ਵਿੱਚ ਹਲਵੇ ਦੀ ਪਲੇਟ ਸੀ। ਕਹਿਣ ਲੱਗਿਆ, ਮੈਂ ਤੁਹਾਡੇ ਗੁਆਂਢ ਤੋਂ ਆਇਆ ਹਾਂ। ਤੁਸੀਂ ਸ਼ਾਇਦ ਨਵੇਂ ਇਸ ਘਰ ਵਿੱਚ ਸ਼ਿਫਟ ਹੋਏ ਹੋ, ਇਸ ਲਈ ਮਾਂ ਨੇ ਕਿਹਾ ਹੈ ਕਿ ਗੁਆਂਢੀਆਂ ਨੂੰ ਹਲਵਾ ਦੇ ਆ। ਮੈਂ ਉਸ ਦੇ ਹੱਥੋਂ ਪਲੇਟ ਫੜੀ ਤੇ ਉਹ ਅੰਦਰ ਆਉਣ ਲਈ ਕਦਮ ਵਧਾਉਣ ਲੱਗਿਆ। ਮੈਂ ਉਸ ਦੇ ਸਾਹਮਣੇ ਖੜੀ ਹੋ ਗਈ। ਮੈਂ ਕਿਹਾ, ਬੇਟਾ ਤੂੰ ਇੱਥੇ ਖੜਾ ਰਹਿ, ਮੈਂ ਤੈਨੂੰ ਖਾਲੀ ਪਲੇਟ ਵਾਪਸ ਕਰਦੀ ਹਾਂ। ਇਹ ਸੁਣ ਕੇ ਨਾ ਉਹ ਹੈਰਾਨੀ ਵਿੱਚ ਆ ਗਿਆ। ਕਹਿਣ ਲੱਗਿਆ, ਮੈਂ ਇੰਨਾ ਵੀ ਛੋਟਾ ਨਹੀਂ ਹਾਂ ਕਿ ਤੁਸੀਂ ਮੈਨੂੰ ਬੇਟਾ ਕਹਿ ਦਿਓ। ਤੁਸੀਂ ਮੇਰੇ ਤੋਂ ਬਸ ਕੁਝ ਹੀ ਸਾਲ ਤਾਂ ਵੱਡੇ ਹੋਵੋਗੇ, ਇਸ ਲਈ ਮੈਨੂੰ ਬੇਟਾ ਨਾ ਕਹੋ। ਉਸ ਦੀ ਗੱਲ ਸੁਣ ਕੇ ਮੈਂ ਉਸ ਨੂੰ ਹੈਰਾਨੀ ਨਾਲ ਦੇਖਣ ਲੱਗੀ। ਮੈਂ ਕਿਹਾ ਕਿ ਮੇਰਾ ਮੁੰਡਾ ਵੀ ਤੇਰੀ ਉਮਰ ਦਾ। ਇਹ ਗੱਲ ਸੁਣ ਕੇ ਉਸਨੇ ਅੱਖਾਂ ਫੈਲਾ ਕੇ ਮੈਨੂੰ ਦੇਖਿਆ ਤੇ ਕਹਿਣ ਲੱਗਿਆ, ਉਹ ਤੁਹਾਡਾ ਮੁੰਡਾ? ਮੈਂ ਤਾਂ ਸਮਝਿਆ ਕਿ ਤੁਹਾਡਾ ਛੋਟਾ ਭਰਾ। ਇਹ ਕਹਿ ਕੇ ਉਹ ਬਹੁਤ ਹੀ ਆਰਾਮ ਨਾਲ ਘਰ ਦੇ ਅੰਦਰ ਦਾਖਲ ਹੋ ਗਿਆ। ਮੈਂ ਤਾਂ ਉਸ ਨੂੰ ਦੇਖਦੀ ਰਹਿ ਗਈ। ਰਵੀ ਦੇ ਆਉਣ ਦਾ ਸਮਾਂ ਵੀ ਹੋ ਰਿਹਾ ਸੀ, ਇਸ ਲਈ ਮੇਰਾ ਦਿਲ ਡਰ ਦੇ ਮਾਰੇ ਕੰਬਣ ਲੱਗਿਆ। ਉਹ ਬੜੇ ਖੁੱਲੇ ਮਿਜਾਜ ਦਾ ਮੁੰਡਾ ਸੀ। ਕਹਿਣ ਲੱਗਿਆ, ਤੁਹਾਡਾ ਨਾਮ ਕੀ ਆ? ਮੈਂ ਕਿਹਾ, ਕੀ ਮਤਲਬ? ਤੂੰ ਮੈਨੂੰ ਆਂਟੀ ਕਹਿ ਲੈ। ਇਸ ਗੱਲ ਤੇ ਉਸਨੇ ਆਪਣੇ ਦੋਹਾਂ ਬਾਹਾਂ ਉੱਪਰ ਕੀਤੀਆਂ ਤੇ ਕਹਿਣ ਲੱਗਿਆ ਕਿ ਨਹੀਂ ਜੀ, ਤੁਸੀਂ ਹੁਣ ਇੰਨੇ ਵੀ ਬੁੱਢੇ ਨਹੀਂ ਹੋ ਕਿ ਮੈਂ ਤੁਹਾਨੂੰ ਆਂਟੀ ਕਹਾਂ। ਚੰਗੇ ਖਾਸੇ ਖੂਬਸੂਰਤ ਜਵਾਨ ਹੋ। ਮੈਂ ਤਾਂ ਤੁਹਾਨੂੰ ਤੁਹਾਡੇ ਨਾਮ ਤੋਂ ਹੀ ਪੁਕਾਰਾਂਗਾ। ਯਕੀਨਨ ਉਹ ਵੀ ਤੁਹਾਡੀ ਤਰ੍ਹਾਂ ਬਹੁਤ ਖੂਬਸੂਰਤ ਹੋਵੇਗਾ। ਇਸ ਤੋਂ ਪਹਿਲਾਂ ਕਿ ਮੈਂ ਇਸ ਤਰ੍ਹਾਂ ਦੇ ਅਜਿਹੇ ਅੰਦਾਜ਼ ਤੇ ਗੁੱਸਾ ਕਰਦੀ
ਕਹਿਣ ਲੱਗਿਆ, ਚਲੋ ਨਾ ਦੱਸੋ, ਇੱਕ ਕੱਪ ਚਾਹ ਹੀ ਪਿਲਾ ਦਿਓ, ਗਵਾਂਢੀਆਂ ਦਾ ਵੀ ਕੁਝ ਹੱਕ ਹੁੰਦਾ। ਇਹ ਕਹਿ ਕੇ ਉਹ ਕੁਰਸੀ ਤੇ ਆਰਾਮ ਨਾਲ ਬੈਠ ਗਿਆ। ਮੈਂ ਰਸੋਈ ਵਿੱਚ ਆ ਗਈ, ਜਲਦੀ ਨਾਲ ਪਲੇਟ ਖਾਲੀ ਕੀਤੀ, ਗੈਸ ਤੇ ਚਾਹ ਵੀ ਰੱਖ ਦਿੱਤੀ। ਮੇਰਾ ਦਿਲ ਇਸ ਸਮੇਂ ਇਸ ਗੱਲ ਤੋਂ ਘਬਰਾ ਰਿਹਾ ਸੀ ਕਿ ਕਿਤੇ ਰਵੀ ਨਾ ਆ ਜਾਵੇ। ਪਤਾ ਨਹੀਂ ਕਿਸ ਨਜ਼ਰਾਂ ਨਾਲ ਮੈਨੂੰ ਦੇਖੇਗਾ ਤੇ ਸੋਚੇਗਾ ਉਹ ਖਾਲੀ ਘਰ ਨੂੰ ਵੀ ਦੇਖਦਾ ਹੈ, ਜਿਵੇਂ ਕੋਈ ਘਰ ਵਿੱਚ ਲੁਕਿਆ ਬੈਠਾ ਹੋਵੇ। ਜਲਦੀ ਨਾਲ ਮੈਂ ਇੱਕ ਕੱਪ ਚਾਹ ਬਣਾਈ ਤੇ ਉਸ ਮੁੰਡੇ ਨੂੰ ਦਿੱਤੀ। ਮੈਂ ਕਿਹਾ ਕਿ ਤੁਹਾਡੀ ਮਾਂ ਨੂੰ ਧੰਨਵਾਦ ਕਹਿਣਾ ਤੇ ਚਾਹ ਪੀ ਕੇ ਬਾਹਰ ਜਾਂਦੇ ਹੋਏ ਦਰਵਾਜ਼ਾ ਬੰਦ ਕਰ ਦੇਣਾ, ਮੈਨੂੰ ਜਰਾ ਰਸੋਈ ਵਿੱਚ ਕੰਮ ਆ। ਇਹ ਕਹਿ ਕੇ ਮੈਂ ਰਸੋਈ ਵਿੱਚ ਰੋਟੀ ਬਣਾਉਣ ਚਲੀ ਗਈ, ਕਿਉਂਕਿ ਰਵੀ ਦੇ ਆਉਣ ਦਾ ਸਮਾਂ ਸੀ। ਮੈਂ ਇਸ ਮੁੰਡੇ ਨਾਲ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ ਸੀ। 10 ਮਿੰਟ ਬਾਅਦ ਹੀ ਖਾਲੀ ਕੱਪ ਉਸ ਮੁੰਡੇ ਨੇ ਰਸੋਈ ਦੇ ਦਰਵਾਜ਼ੇ ਦੇ ਅੰਦਰ ਮੈਨੂੰ ਫੜਾਉਂਦੇ ਹੋਏ ਕਹਿਣ ਲੱਗਿਆ, ਚਾਹ ਵੀ ਤੁਹਾਡੀ ਤਰ੍ਹਾਂ ਬਹੁਤ ਹੀ ਸਵਾਦ ਸੀ, ਬਹੁਤ ਬਹੁਤ ਧੰਨਵਾਦ। ਮੈਂ ਫਿਰ ਤੁਹਾਡੇ ਨਾਲ ਫਿਰ ਤੋਂ ਮਿਲੂੰਗਾ ਤੇ ਤੁਹਾਡੇ ਘਰ ਵਾਲਿਆਂ ਨੂੰ ਵੀ ਮਿਲੂੰਗਾ। ਇਹ ਕਹਿ ਕੇ ਉਹ ਘਰ ਦੇ ਦਰਵਾਜ਼ੇ ਤੋਂ ਬਾਹਰ ਚਲਾ ਗਿਆ ਤੇ ਦਰਵਾਜ਼ੇ ਤੇ ਜਾਂਦੇ ਹੋਏ ਦਰਵਾਜ਼ਾ ਬੰਦ ਕਰ ਗਿਆ। ਮੈਂ ਤਾਂ ਉਸ ਦੀ ਗੱਲ ਸੁਣ ਕੇ ਚਕਰਾ ਕੇ ਰਹਿ ਗਈ। ਹੁਣ ਮੈਂ ਉਸ ਮੁੰਡੇ ਦੀਆਂ ਗੱਲਾਂ ਬਾਰੇ ਹੀ ਸੋਚ ਰਹੀ ਸੀ ਕਿ ਦਰਵਾਜ਼ੇ ਤੇ ਜ਼ੋਰ ਨਾਲ ਦਸਤਕ ਹੋਈ। ਮੈਂ ਤਾਂ ਬੁਰੀ ਤਰ੍ਹਾਂ ਨਾਲ ਕੰਬ ਗਈ। ਜਲਦੀ ਨਾਲ ਰਸੋਈ ਤੋਂ ਬਾਹਰ ਆਈ ਤੇ ਮੈਂ ਦਰਵਾਜ਼ੇ ਦੇ ਕੋਲ ਪਹੁੰਚਣ ਲੱਗੀ। ਕੌਣ ਆ? ਰਵੀ ਵੀ ਬਹੁਤ ਗੁੱਸੇ ਭਰੀ ਆਵਾਜ਼ ਮੈਨੂੰ ਸੁਣਾਈ ਦਿੱਤੀ। ਕਹਿਣ ਲੱਗਿਆ, ਦਰਵਾਜ਼ਾ ਖੋਲ੍ਹੋ। ਮੈਂ ਹਾਂ ਦਰਵਾਜ਼ਾ ਖੋਲ੍ਹਿਆ ਤਾਂ ਬਹੁਤ ਗੁੱਸੇ ਨਾਲ ਘਰ ਦੇ ਅੰਦਰ ਦਾਖਲ ਹੋਇਆ। ਮੈਨੂੰ ਕਹਿਣ ਲੱਗਿਆ, ਘਰ ਤੋਂ ਬਾਹਰ ਕੌਣ ਨਿਕਲ ਰਿਹਾ ਸੀ? ਰਵੀ ਦੀਆਂ ਅੱਖਾਂ ਇਸ ਸਮੇਂ ਪਤਾ ਨਹੀਂ ਕਿਸ ਵਜ੍ਹਾ ਨਾਲ ਲਾਲ ਸੀ। ਉਹ ਬਹੁਤ ਹੀ ਗੁੱਸੇ ਵਿੱਚ ਸੀ। ਮੇਰੀ ਜ਼ੁਬਾਨ ਨਾ ਚਾਹੁੰਦੇ ਹੋਏ ਵੀ ਲੜਖੜਾ ਰਹੀ ਸੀ। ਮੈਂ ਕਿਹਾ, ਕੋਈ ਗਵਾਂਢੀ ਮੁੰਡਾ ਸੀ, ਹਲਵਾ ਲੈ ਕੇ ਆਇਆ ਸੀ। ਉਹ ਮੇਰੇ ਕੋਲ ਆ ਕੇ ਖੜਾ ਹੋ ਗਿਆ, ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗਾ, ਕਿਸ ਤੋਂ ਪੁੱਛ ਕੇ ਦਰਵਾਜ਼ਾ ਖੋਲ੍ਹਿਆ ਸੀ? ਤੁਸੀਂ ਕੀ ਇਸ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ? ਇੱਥੇ ਕੋਈ ਵੀ ਆਵੇ ਅਸੀਂ ਦਰਵਾਜ਼ਾ ਨਹੀਂ ਖੋਲਾਂਗੇ, ਕਿਸੇ ਨਾਲ ਗੱਲ ਨਹੀਂ ਕਰਾਂਗੇ। ਕੋਈ ਜ਼ਰੂਰਤ ਨਹੀਂ ਹੈ ਗਵਾਂਢੀਆਂ ਨਾਲ ਮੇਲ ਜੋਲ ਵਧਾਉਣ ਦੀ। ਜੇ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਮੈਂ ਜਿੰਦਾ ਲਗਾ ਕੇ ਚਲਿਆ ਜਾਵਾਂਗਾ ਕੱਲ ਤੋਂ। ਇਹ ਕਹਿੰਦੇ ਹੀ ਉਹ ਗੁੱਸੇ ਵਿੱਚ ਸਿੱਧਾ ਆਪਣੇ ਕਮਰੇ 'ਚ ਚਲਾ ਗਿਆ। ਉਸਨੇ ਆਪਣੇ ਕਮਰੇ ਦਾ ਦਰਵਾਜ਼ਾ ਵੀ ਬਹੁਤ ਜ਼ੋਰ ਨਾਲ ਬੰਦ ਕੀਤਾ ਸੀ। ਮੈਨੂੰ ਲੱਗਦਾ ਸੀ ਜਿਵੇਂ ਮੈਂ ਰਵੀ ਦੀ ਮਾਂ ਨਾ ਹੋਵਾਂ, ਉਸ ਦੀ ਖਰੀਦੀ ਹੋਈ ਕੋਈ ਗੁਲਾਮ ਹੋਵਾਂ। ਮੈਨੂੰ ਸਾਹ ਵੀ ਮੇਰੀ ਮਰਜ਼ੀ ਨਾਲ ਲੈਣ ਨਹੀਂ ਦਿੰਦਾ ਸੀ। ਫਿਲਹਾਲ ਮੈਂ ਖਾਣਾ ਗਰਮ ਕੀਤਾ ਤੇ ਰਵੀ ਨਾਲ ਖਾਣਾ ਲਗਾ ਦਿੱਤਾ। ਖਾਣੇ ਦੇ ਦੌਰਾਨ ਹੀ ਉਹ ਮੈਨੂੰ ਬਾਰ-ਬਾਰ ਉਸ ਮੁੰਡੇ ਬਾਰੇ ਪੁੱਛਦਾ ਰਿਹਾ। ਬਾਰ-ਬਾਰ ਮੈਨੂੰ ਇਹ ਕਹਿੰਦਾ ਰਿਹਾ ਕਿ ਦੁਬਾਰਾ ਮੈਂ ਦਰਵਾਜ਼ੇ ਤੇ ਕਿਸੇ ਨੂੰ ਨਾ ਦੇਖ ਲਵਾਂ। ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਲੇਟੀ ਤਾਂ ਮੇਰੇ ਮੋਬਾਈਲ ਤੇ ਇੱਕ ਗਲਤ ਨੰਬਰ ਤੋਂ ਮੈਸੇਜ ਆਇਆ। ਉਸ ਵਿੱਚ ਲਿਖਿਆ ਸੀ ਕਿ ਤੁਸੀਂ ਬਹੁਤ ਹੀ ਸੋਹਣੇ ਤੇ ਪਿਆਰੇ ਹੋ। ਮੇਰਾ ਦਿਲ ਚਾਹੁੰਦਾ ਕਿ ਤੁਹਾਨੂੰ ਜੀ ਭਰ ਕੇ ਦੇਖਾਂ, ਤੁਹਾਡੇ ਨਾਲ ਗੱਲ ਕਰਾਂ ਤੇ ਤੁਸੀਂ ਇੰਨੇ ਹਲਕੇ ਰੰਗ ਨਾ ਪਹਿਨਿਆ ਕਰੋ। ਜੇ ਤੁਸੀਂ ਨੀਲੇ ਰੰਗ ਦੇ ਕੱਪੜੇ ਪਹਿਨੋ ਤਾਂ ਬਹੁਤ ਚੰਗਾ ਲੱਗੇਗਾ, ਜਿਵੇਂ ਕਿ ਤੁਸੀਂ ਉਸ ਦਿਨ ਛੱਤ ਤੇ ਪਹਿਨੇ ਸੀ। ਇਹ ਮੈਸੇਜ ਪੜ੍ਹ ਕੇ ਮੈਂ ਬਹੁਤ ਬੁਰੀ ਤਰ੍ਹਾਂ ਘਬਰਾ ਗਈ ਸੀ। ਇਸ ਦਾ ਮਤਲਬ ਮੇਰਾ ਸ਼ੱਕ ਗਲਤ ਨਹੀਂ ਸੀ, ਸੱਚੀ ਕੋਈ ਸੀ ਜੋ ਮੈਨੂੰ ਦੇਖਦਾ ਸੀ। ਦੇਖਣਾ ਤਾਂ ਚੱਲ ਸਮਝ ਵਿੱਚ ਆਉਂਦਾ ਹੈ, ਕਿਉਂਕਿ ਬਹੁਤ ਸਾਰੇ ਘਰ ਸੀ। ਉਹਨਾਂ ਦੀ ਛੱਤ ਸਾਡੇ ਘਰ ਤੋਂ ਉੱਚੀ ਸੀ ਤੇ ਸਾਫ਼-ਸਾਫ਼ ਦਿਖਾਈ ਦਿੰਦਾ ਸੀ ਤੇ ਮੇਰੀ ਰਸੋਈ ਦੇ ਵਿਹੜੇ ਵਿੱਚ ਹੀ ਸੀ। ਇਸ ਲਈ ਮੇਰਾ ਜ਼ਿਆਦਾਤਰ ਸਮਾਂ ਵਿਹੜੇ ਵਿੱਚ ਹੀ ਗੁਜ਼ਰਦਾ ਸੀ। ਪਰ ਜੋ ਨਜ਼ਰਾਂ ਮੈਨੂੰ ਖੁਦ ਤੇ ਆਪਣੇ ਬਾਥਰੂਮ ਵਿੱਚੋਂ ਉੱਠਦੀ ਹੋਈ ਮਹਿਸੂਸ ਹੁੰਦੀ ਸੀ, ਉਹ ਮੈਨੂੰ ਜਿਉਂਦੇ ਜੀ ਮਾਰਦੀ ਸੀ। ਮੈਂ ਤੁਰੰਤ ਨਾਲ ਫੋਨ ਨੂੰ ਮੈਸੇਜ ਨੂੰ ਡਿਲੀਟ ਕੀਤਾ ਤੇ ਮੋਬਾਈਲ ਬੰਦ ਕਰ ਦਿੱਤਾ। ਮੈਂ ਇਸ ਸਮੇਂ ਪਸੀਨੇ ਨਾਲ ਭਿੱਜ ਚੁੱਕੀ ਸੀ। ਮੈਨੂੰ ਅਜੀਬੋ-ਗਰੀਬ ਜਿਹੀ ਘਬਰਾਹਟ ਹੋਣ ਲੱਗੀ। ਕੌਣ ਸੀ ਜੋ ਮੇਰੀ ਜ਼ਿੰਦਗੀ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਿਹਾ ਸੀ? ਮੈਂ ਆਪਣੀ ਜ਼ਿੰਦਗੀ ਕਦੇ ਵੀ ਖੁਸ਼ੀ ਨਾਲ ਨਹੀਂ ਗੁਜ਼ਾਰੀ ਸੀ। ਰਵੀ ਦੇ ਪਾਪਾ ਵੀ ਅਜਿਹੇ ਸੀ, ਸ਼ੱਕੀ ਮਿਜਾਜ ਦੇ। ਸ਼ਾਇਦ ਮੇਰੇ ਤੇ ਇਸ ਲਈ ਇੰਨਾ ਸ਼ੱਕ ਕਰਦੇ ਸੀ ਕਿ ਮੈਂ ਘੱਟ ਉਮਰ ਦੀ ਸੀ ਤੇ ਉਹ ਮੇਰੇ ਤੋਂ 20-22 ਸਾਲ ਵੱਡੇ ਸੀ। ਮੈਂ ਸੋਹਣੀ ਵੀ ਬਹੁਤ ਸੀ, ਇਸ ਲਈ ਹਰ ਸਮੇਂ ਉਹਨਾਂ ਦੇ ਸ਼ੱਕ ਦਾ ਨਿਸ਼ਾਨਾ ਬਣੀ ਰਹਿੰਦੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਮੈਂ ਕਿਸੇ ਹੋਰ ਮੁੰਡੇ ਨਾਲ ਚੱਕਰ ਚਲਾ ਲਵਾਂਗੀ। ਮੈਂ ਵਾਰ-ਵਾਰ ਉਹਨਾਂ ਨੂੰ ਰੋ ਕੇ ਯਕੀਨ ਦਿਵਾਉਂਦੀ, ਪਰ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਸੀ। ਪਰ ਉਹ ਹਰ ਸਮੇਂ ਮੇਰੇ ਨਾਲ ਕਿਸੇ ਪਰਛਾਵੇਂ ਦੀ ਤਰ੍ਹਾਂ ਰਹਿੰਦੇ ਸੀ ਤੇ ਜਦੋਂ ਬਿਮਾਰ ਰਹਿਣ ਲੱਗੇ ਤਾਂ ਸਾਰੀ ਜਾਇਦਾਦ ਰਵੀ ਦੇ ਨਾਮ ਕਰ ਦਿੱਤੀ ਤੇ ਉਸ ਦੇ ਕੰਨ ਵਿੱਚ ਬਸ ਇਹੀ ਭਰਦੇ ਰਹੇ ਕਿ ਇਸ ਦਾ ਹਰ ਸੂਰਤ ਵਿੱਚ ਧਿਆਨ ਰੱਖਣਾ, ਇਸ ਨੂੰ ਕਦੇ ਵੀ ਘਰ ਦੀ ਮਾਲਕੀਅਤ ਨਾ ਦੇਣਾ, ਇਸ ਨੂੰ ਰੁਪਈਏ ਦਾ ਮੁਹਤਾਜ ਰੱਖਣਾ। ਇਹ ਕਿਤੇ ਭੱਜਣੀ ਨਹੀਂ ਚਾਹੀਦੀ, ਸੋਹਣੀ ਹੈ, ਇਸ ਨਾਲ ਕੋਈ ਵੀ ਵਿਆਹ ਕਰਵਾ ਲਵੇਗਾ ਤੇ ਤੂੰ ਇਕੱਲਾ ਬੇਸਹਾਰਾ ਰਹਿ ਜਾਵੇਂਗਾ।
ਮੈਂ ਚਾਹੁੰਦਾ ਹਾਂ ਕਿ ਇਹ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਮ ਤੇ ਨਾਲ ਹੀ ਗੁਜ਼ਾਰੇ, ਸਾਰੀ ਜ਼ਿੰਦਗੀ ਤੇਰੀ ਮਾਂ ਬਣ ਕੇ ਰਵੇ। ਇਹ ਉਹ ਆਖਰੀ ਲਫ਼ਜ਼ ਸੀ ਜੋ ਮੇਰੇ ਪਤੀ ਨੇ ਮੇਰੇ ਬਾਰੇ ਵਿੱਚ ਆਪਣੇ ਮੁੰਡੇ ਦੇ ਦਿਮਾਗ ਵਿੱਚ ਕਿਸੇ ਦੇ ਜ਼ਹਿਰ ਦੀ ਤਰ੍ਹਾਂ ਭਰ ਦਿੱਤੇ ਸੀ। ਉਹ ਜ਼ਹਿਰ ਹੁਣ ਰਵੀ ਮੇਰੇ ਤੇ ਉਬਾਲਦਾ ਰਹਿੰਦਾ ਸੀ। ਉਸਨੇ ਕਦੇ ਵੀ ਮੇਰੀ ਇੱਜ਼ਤ ਮਾਂ ਦੀ ਹੈਸੀਅਤ ਨਾਲ ਨਹੀਂ ਕੀਤੀ ਸੀ, ਮੈਨੂੰ ਕਦੇ ਆਪਣੀ ਮਾਂ ਦੀ ਜਗ੍ਹਾ ਵੀ ਨਹੀਂ ਦਿੱਤੀ ਸੀ। ਮੈਂ ਬਸ ਇਸ ਦੇ ਬਾਪ ਦੀ ਦੂਜੀ ਪਤਨੀ ਸੀ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ। ਅਚਾਨਕ ਮੇਰੇ ਤੋਂ ਦੁਪੱਟੇ ਨੂੰ ਅੱਗ ਲੱਗ ਗਈ। ਮੈਂ ਚਿਲਾਉਂਦੀ ਹੋਈ ਵਿਹੜੇ ਵਿੱਚ ਆ ਗਈ। ਜਿਵੇਂ ਹੀ ਮੇਰੀ ਚੀਕ ਤੇਜ਼ ਹੋਈ, ਬਰਾਬਰ ਵਾਲੀ ਛੱਤ ਤੋਂ ਉਹੀ ਨੌਜਵਾਨ ਖੜਾ ਸੀ। ਮੈਨੂੰ ਚਿਲਾਉਂਦੇ ਦੇਖਿਆ ਤਾਂ ਤੁਰੰਤ ਨੀਚੇ ਉਤਰਿਆ ਤੇ ਆਪਣੇ ਘਰ ਦੀ ਦੀਵਾਰ ਲੰਘ ਕੇ ਮੇਰੇ ਘਰ ਆ ਗਿਆ। ਉਸਨੇ ਤੁਰੰਤ ਨਾਲ ਮੇਰਾ ਜਲਦਾ ਹੋਇਆ ਦੁਪੱਟਾ ਦੂਰ ਸਿੱਟਿਆ, ਨਹੀਂ ਤਾਂ ਮੈਂ ਬੁਰੀ ਤਰ੍ਹਾਂ ਨਾਲ ਜਲ ਜਾਂਦੀ। ਇਸ ਸਮੇਂ ਬਹੁਤ ਘਬਰਾਈ ਹੋਈ ਸੀ। ਇਸ ਨੌਜਵਾਨ ਨੇ ਤੁਰੰਤ ਹੀ ਸਾਹਮਣੇ ਰੱਸੀ ਤੇ ਪਈ ਚਾਦਰ ਉਤਾਰ ਕੇ ਮੇਰੇ ਤੇ ਲਪੇਟ ਦਿੱਤੀ ਤੇ ਮੈਨੂੰ ਪੁੱਛਣ ਲੱਗਿਆ ਕਿ ਮੈਨੂੰ ਕਿਤੇ ਨੁਕਸਾਨ ਤਾਂ ਨਹੀਂ ਪਹੁੰਚਿਆ। ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ। ਅਚਾਨਕ ਉਸ ਸਮੇਂ ਮੇਰੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਸਾਹਮਣੇ ਰਵੀ ਸੀ। ਇਸ ਸਮੇਂ ਉਸ ਮੁੰਡੇ ਨੂੰ ਮੇਰੇ ਕੋਲ ਖੜਾ ਹੋਇਆ ਦੇਖ ਕੇ ਗੁੱਸੇ ਨਾਲ ਮੇਰੇ ਕੋਲ ਆਇਆ ਤੇ ਉਸ ਮੁੰਡੇ ਦਾ ਕਾਲਰ ਫੜ ਲਿਆ ਤੇ ਉਸ ਨੂੰ ਗੁੱਸੇ ਨਾਲ ਪੁੱਛਣ ਲੱਗਿਆ ਤੇ ਕਹਿਣ ਲੱਗਿਆ, ਤੇਰੀ ਹਿੰਮਤ ਕਿਵੇਂ ਹੋਈ ਮੇਰੇ ਘਰ 'ਚ ਆਉਣ ਦੀ? ਮੈਂ ਕਿਹਾ, ਰਵੀ ਇਸ ਦਾ ਕਾਲਰ ਛੱਡ, ਇਸ ਮੁੰਡੇ ਨੇ ਤਾਂ ਮੇਰੀ ਜਾਨ ਬਚਾਈ ਆ। ਮੇਰੇ ਦੁਪੱਟੇ ਨੂੰ ਅੱਗ ਲੱਗ ਗਈ ਸੀ, ਹਾਲਾਂਕਿ ਵਿਹੜੇ ਵਿੱਚ ਮੇਰਾ ਡਿੱਗਿਆ ਹੋਇਆ ਦੁਪੱਟਾ ਜਲ ਰਿਹਾ ਹੈ। ਮੇਰੀ ਗੱਲ ਸੁਣ ਕੇ ਉਸਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗਿਆ, ਤੂੰ ਚੁੱਪ ਰਹਿ ਸਮਝੀ, ਤੇਰੇ ਨਾਲ ਤਾਂ ਬਾਅਦ ਵਿੱਚ ਗੱਲ ਕਰੂੰਗਾ। ਇਸ ਤਰ੍ਹਾਂ ਦੇ ਹੱਥ ਕੰਡਿਆਂ ਨਾਲ ਕਿਸੇ ਹੋਰ ਨੂੰ ਬੇਵਕੂਫ ਬਣਾਉਣਾ। ਮੈਨੂੰ ਇਹ ਕਹਿ ਕੇ ਉਹ ਮੁੰਡੇ ਦਾ ਕਾਲਰ ਫੜੇ ਹੋਏ ਉਸ ਨੂੰ ਝੰਜੋੜਨ ਲੱਗਿਆ। ਕਹਿਣ ਲੱਗਿਆ, ਤੂੰ ਜਿਸ ਮਕਸਦ ਦੇ ਲਈ ਇੱਥੇ ਆਉਂਦਾ ਮੈਂ ਉਹ ਕਦੇ ਪੂਰਾ ਨਹੀਂ ਹੋਣ ਦੇਵਾਂਗਾ। ਮੈਂ ਕਿਹਾ, ਰਵੀ ਤੂੰ ਗਲਤ ਸਮਝ ਰਿਹਾ, ਮੈਂ ਮਾਂ ਹਾਂ ਤੇਰੀ, ਕਿਉਂ ਮੈਨੂੰ ਇਹਨਾਂ ਗੱਲਾਂ ਨਾਲ ਜਲੀਲ ਕਰ ਰਿਹਾ? ਮੈਂ ਰੋਣ ਲੱਗੀ। ਉਸ ਮੁੰਡੇ ਨੇ ਇੱਕ ਝਟਕੇ ਨਾਲ ਆਪਣਾ ਕਾਲਰ ਰਵੀ ਤੋਂ ਛੁਡਾਇਆ ਤੇ ਕਹਿਣ ਲੱਗਿਆ ਕਿ ਮੈਂ ਇਨਸਾਨੀਅਤ ਦੇ ਨਾਤੇ ਆਇਆ ਸੀ। ਉਹਨਾਂ ਦਾ ਦੁਪੱਟਾ ਜਲ ਰਿਹਾ ਸੀ, ਉਹਨਾਂ ਨੂੰ ਅੱਗ ਲੱਗ ਸਕਦੀ ਸੀ, ਮੇਰਾ ਹੋਰ ਕੀ ਮਕਸਦ ਹੋ ਸਕਦਾ? ਆਪਣੀ ਘਟੀਆ ਸੋਚ ਆਪਣੀ ਹੱਦ ਤੱਕ ਹੀ ਰੱਖ ਤਾਂ ਸਹੀ ਹੋਵੇਗਾ। ਰਵੀ ਉਸ ਮੁੰਡੇ ਨੂੰ ਕਹਿਣ ਲੱਗਿਆ ਕਿ ਕਿਉਂ ਇਹ ਤੇਰੀ ਮਾਂ ਲੱਗਦੀ ਆ? ਕਿਉਂ ਆਇਆ ਸੀ ਇੱਥੇ ਇਹਨਾਂ ਨੂੰ ਬਚਾਉਣ? ਦੁਪੱਟਾ ਜਲ ਰਿਹਾ ਸੀ ਤਾਂ ਜਲਣ ਦਿੰਦਾ, ਤੈਨੂੰ ਕੀ ਤਕਲੀਫ ਸੀ? ਇਹ ਸੁਣ ਕੇ ਮੈਂ ਰਵੀ ਨਾਲ ਵੱਲ ਵੇਖ ਰਹੀ ਸੀ, ਮਤਲਬ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮੈਂ ਜੀਵਾਂ ਜਾਂ ਮਰ ਜਾਵਾਂ। ਉਹ ਮੁੰਡਾ ਕਹਿਣ ਲੱਗਿਆ ਕਿ ਇਹ ਮੇਰੀ ਕੁਝ ਵੀ ਹੈ ਜਾਂ ਨਹੀਂ ਮੈਂ ਨਹੀਂ ਜਾਣਦਾ, ਪਰ ਜੇ ਉਹਨਾਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਤਾਂ ਮੈਂ ਜੇ ਦੇਖਦਾ ਤਾਂ ਮੈਂ ਜ਼ਰੂਰ ਉਹਨਾਂ ਨੂੰ ਬਚਾਉਣ ਆਊਂਗਾ। ਤੇਰੇ ਤੋਂ ਜੋ ਹੁੰਦਾ ਕਰ ਲੈਣਾ, ਇਹ ਕਹਿਣਾ ਸੀ। ਉਹ ਕਿ ਰਵੀ ਨੇ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਇਸ ਮੁੰਡੇ ਨੇ ਵੀ ਆਪਣਾ ਹੱਥ ਨਹੀਂ ਰੋਕਿਆ ਸੀ। ਦੋਵੇਂ ਹੀ ਗੁੱਸੇ ਨਾਲ ਲਾਲ ਹੋ ਚੁੱਕੇ ਸੀ। ਇਹ ਦੇਖ ਕੇ ਤਾਂ ਮੈਂ ਪਰੇਸ਼ਾਨ ਹੋ ਕੇ ਰਹਿ ਗਈ। ਬਹੁਤ ਮੁਸ਼ਕਲ ਨਾਲ ਮੈਂ ਦੋਹਾਂ ਨੂੰ ਪਿੱਛੇ ਹਟਾਇਆ। ਉਸ ਮੁੰਡੇ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਤੂੰ ਇੱਥੋਂ ਜਾ। ਉਹ ਮੁੰਡਾ ਰਵੀ ਨੂੰ ਬੋਲਦਾ ਹੋਇਆ ਦਰਵਾਜ਼ੇ ਤੇ ਜਾਣ ਦੀ ਬਜਾਏ ਇਸ ਦੀਵਾਰ ਤੋਂ ਲੰਘ ਕੇ ਵਾਪਸ ਗਿਆ। ਇਹ ਦੇਖ ਕੇ ਰਵੀ ਬਹੁਤ ਅਜੀਬ ਅੰਦਾਜ਼ ਨਾਲ ਮੇਰੇ ਕੋਲ ਆਇਆ, ਮੇਰੀਆਂ ਦੋਵੇਂ ਬਾਹਾਂ ਫੜ ਲਈਆਂ ਤੇ ਕਹਿਣ ਲੱਗਿਆ ਕਿ ਜੋ ਤੂੰ ਚਾਹੁੰਦੀ ਆ ਮੈਂ ਹੋਣ ਨਹੀਂ ਦੇਵਾਂਗਾ ਤੇ ਤੇਰਾ ਗਲਾ ਦਬਾ ਦੇਵਾਂਗਾ, ਤੈਨੂੰ ਮਾਰ ਕੇ ਦਫਨਾ ਦੇਵਾਂਗਾ, ਪਰ ਇਹ ਗੱਲ ਨਾ ਸਮਝਣਾ ਕਿ ਤੈਨੂੰ ਛੱਡ ਦੇਵਾਂਗਾ। ਉਹ ਤਾਂ ਜਿਵੇਂ ਸਾਰੀ ਤਮੀਜ਼ ਹੀ ਭੁੱਲ ਗਿਆ ਸੀ। ਇਸ ਤੋਂ ਬਾਅਦ ਰਵੀ ਘਰ ਦੇ ਬਾਹਰ ਜਿੰਦਾ ਲਗਾ ਕੇ ਜਾਣ ਲੱਗਿਆ। ਉਸਨੇ ਬਰਾਬਰ ਘਰ ਦੀ ਦੀਵਾਰ ਤੇ ਕਰੰਟ ਦੀਆਂ ਤਾਰਾਂ ਲਗਾ ਦਿੱਤੀਆਂ ਤਾਂ ਕਿ ਕੋਈ ਘਰ ਵਿੱਚ ਨਾ ਆ ਸਕੇ। ਰਾਤ ਨੂੰ ਮੇਰੇ ਮੋਬਾਈਲ ਤੇ ਇੱਕ ਅਜਿਹਾ ਮੈਸੇਜ ਆਇਆ ਕਿ ਮੇਰੇ ਹੋਸ਼ ਉੱਡ ਗਏ। ਇਸ ਮੈਸੇਜ ਵਿੱਚ ਲਿਖਿਆ ਹੋਇਆ ਸੀ ਕਿ ਬਾਥਰੂਮ ਵਿੱਚ ਆਓ, ਮੈਂ ਤੈਨੂੰ ਦੇਖਣਾ ਚਾਹੁੰਦਾ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਹੁਣ ਤੱਕ ਮੈਂ ਇਹੀ ਸਮਝ ਰਹੀ ਸੀ ਕਿ ਸ਼ਾਇਦ ਇਹ ਮੇਰਾ ਵਹਿਮ ਹੈ, ਕਿਸੇ ਨੇ ਬਾਥਰੂਮ ਵਿੱਚੋਂ ਮੈਨੂੰ ਦੇਖਿਆ ਹੈ, ਪਰ ਇਹ ਸ਼ੱਕ ਮੇਰਾ ਵਹਿਮ ਨਹੀਂ ਸੀ। ਕੌਣ ਸੀ ਉਹ ਸ਼ਖਸ? ਮੇਰਾ ਦਿਲ ਬੈਠਣ ਲੱਗਿਆ। ਮੈਂ ਮੋਬਾਈਲ ਬੰਦ ਕਰਕੇ ਰੱਖ ਦਿੱਤਾ, ਪਰ ਫਿਰ ਵੀ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ। ਮੈਂ ਜਾਗਦੀ ਰਹੀ। ਸਵੇਰੇ ਜਦੋਂ ਮੇਰੀ ਨੌਕਰਾਣੀ ਆਈ ਤਾਂ ਮੈਂ ਬੁਖਾਰ ਵਿੱਚ ਪਈ ਸੀ। ਮੈਂ ਉਸ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਇੱਕ ਰਾਤ ਮੇਰੇ ਕੋਲ ਰੁਕ ਜਾਵੇ। ਮੈਂ ਬਿਮਾਰ ਹਾਂ, ਕੋਈ ਖਿਆਲ ਰੱਖਣ ਵਾਲਾ ਨਹੀਂ ਆ। ਉਹ ਮੇਰੀ ਗੱਲ ਸੁਣ ਕੇ ਮੰਨ ਗਈ। ਰਾਤ ਹੋਈ, ਰਵੀ ਦੇ ਆਉਣ ਦਾ ਸਮਾਂ ਹੋਇਆ ਤਾਂ ਮੈਂ ਨੌਕਰਾਣੀ ਨੂੰ ਆਪਣੇ ਕਮਰੇ 'ਚ ਲੁਕੋ ਲਿਆ। ਮੈਂ ਨਹੀਂ ਚਾਹੁੰਦੀ ਸੀ ਕਿ ਰਵੀ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਘਰ ਵਿੱਚ ਮੇਰੇ ਇਲਾਵਾ ਕੋਈ ਹੋਰ ਵੀ ਆ। ਮੈਂ ਰਵੀ ਨੂੰ ਖਾਣਾ ਦਿੱਤਾ ਤੇ ਆਪਣੇ ਕਮਰੇ ਵਿੱਚ ਜਾਂਦੇ ਹੀ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਖੁਦ ਕਮਰੇ ਵਿੱਚ ਲੁਕ ਗਈ, ਕਿਉਂਕਿ ਜੋ ਕੋਈ ਵੀ ਸੀ ਉਹ ਮੇਰੇ ਕਮਰੇ ਵਿੱਚ ਆ ਕੇ ਮੈਨੂੰ ਦੇਖਦਾ ਸੀ।
ਬਾਥਰੂਮ ਵਿੱਚ ਕੋਈ ਕੈਮਰਾ ਨਹੀਂ ਸੀ। ਮੈਂ ਆਪਣੀ ਨੌਕਰਾਣੀ ਨੂੰ ਚਾਦਰ ਨਾਲ ਲਪੇਟ ਦਿੱਤਾ ਤੇ ਉਸ ਨੂੰ ਬਾਥਰੂਮ ਵਿੱਚ ਜਾਣ ਲਈ ਕਿਹਾ। ਉਹ ਬਾਥਰੂਮ ਚਲੀ ਗਈ। ਮੈਂ ਆਪਣੇ ਕਮਰੇ ਤੇ ਪਰਦਿਆਂ ਦੇ ਪਿੱਛੇ ਲੁਕ ਗਈ। ਕੁਝ ਦੇਰ ਬਾਅਦ ਉਹੀ ਹੋਇਆ ਜੋ ਮੇਰੇ ਕਮਰੇ ਦਾ ਦਰਵਾਜ਼ਾ ਬਹੁਤ ਹੌਲੀ-ਹੌਲੀ ਖੁੱਲ੍ਹਿਆ। ਇੱਕ ਸ਼ਖਸ ਖੁਦ ਤੇ ਚਾਦਰ ਲਪੇਟੇ ਮੇਰੇ ਕਮਰੇ 'ਚ ਦਾਖਲ ਹੋਇਆ ਤੇ ਪਹਿਲਾਂ ਬਾਥਰੂਮ ਦੇ ਛੋਟੇ ਜਿਹੇ ਸੁਰਾਖ ਵਿੱਚ ਬਾਥਰੂਮ ਦੇ ਅੰਦਰ ਝਾਕਣ ਲੱਗਿਆ। ਮੈਂ ਤੁਰੰਤ ਪਰਦੇ ਤੋਂ ਬਾਹਰ ਨਿਕਲੀ ਤੇ ਉਹ ਪਿੱਛੋਂ ਉਸ ਨੂੰ ਦਬੋਚ ਲਿਆ ਤੇ ਸ਼ੋਰ ਮਚਾ ਦਿੱਤਾ। ਉਹ ਸ਼ਖਸ ਮੈਨੂੰ ਹਨੇਰੇ ਵਿੱਚ ਨਜ਼ਰ ਤਾਂ ਨਹੀਂ ਆ ਰਿਹਾ ਸੀ, ਪਰ ਉਹ ਮੈਨੂੰ ਆਪਣੇ ਆਪ ਤੋਂ ਛੁਡਵਾ ਰਿਹਾ ਸੀ। ਚੋਰ ਦੀ ਆਵਾਜ਼ ਨਾਲ ਰਵੀ ਮੇਰੇ ਕਮਰੇ 'ਚ ਆ ਗਿਆ। ਜਿਵੇਂ ਹੀ ਲਾਈਟ ਚਲਾਈ, ਨੌਕਰਾਣੀ ਵੀ ਬਾਥਰੂਮ 'ਚੋਂ ਬਾਹਰ ਨਿਕਲ ਆਈ। ਸਾਹਮਣੇ ਖੜੇ ਸ਼ਖਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਉਹ ਤਾਂ ਮੇਰਾ ਪਹਿਲਾ ਪਤੀ ਸੀ, ਆਕਾਸ਼ ਸੀ, ਜਿਸ ਨਾਲ ਮੇਰਾ ਪਹਿਲਾਂ ਵਿਆਹ ਹੋਇਆ ਸੀ, ਪਰ ਉਹ ਵਿਆਹ ਦੇ ਬਾਅਦ ਮੈਨੂੰ ਛੱਡ ਕੇ ਚਲਾ ਗਿਆ ਸੀ, ਮੈਨੂੰ ਤਲਾਕ ਦੇ ਦਿੱਤਾ ਸੀ। ਇਸ ਨੂੰ ਇੱਥੇ ਦੇਖ ਕੇ ਮੈਨੂੰ ਹੈਰਾਨੀ ਹੋਈ ਤਾਂ ਦੱਸਣ ਲੱਗਿਆ ਕਿ ਉਸ ਨੂੰ ਜੋ ਕੁੜੀ ਪਸੰਦ ਸੀ, ਵਿਆਹ ਦੇ ਚੰਦ ਸਾਲ ਬਾਅਦ ਹੀ ਉਹ ਕੁੜੀ ਦੀ ਮੌਤ ਹੋ ਗਈ ਤੇ ਆਕਾਸ਼ ਨੇ ਹੋਰ ਵਿਆਹ ਨਹੀਂ ਕੀਤਾ। ਉਸ ਕੁੜੀ ਤੋਂ ਇੱਕ ਮੁੰਡਾ ਸੀ ਜੋ ਸਾਡੇ ਘਰ ਹਲਵਾ ਲੈ ਕੇ ਆਇਆ ਸੀ। ਆਪਣੇ ਮੁੰਡੇ ਨੂੰ ਵੀ ਇਕੱਲੇ ਹੀ ਪਾਲਿਆ, ਪਰ ਇਸ ਨੇ ਮੈਨੂੰ ਆਪਣੇ ਘਰ ਦੇ ਬਰਾਬਰ ਵਾਲੇ ਘਰ ਵਿੱਚ ਦੇਖਿਆ ਤੇ ਇਸ ਨੂੰ ਮੇਰੇ ਬਾਰੇ ਵਿੱਚ ਪਤਾ ਚੱਲ ਗਿਆ ਤਾਂ ਇਸ ਨੂੰ ਅਫਸੋਸ ਹੋਣ ਲੱਗਿਆ ਕਿ ਉਹ ਮੈਨੂੰ ਅਪਣਾਉਣਾ ਚਾਹੁੰਦਾ ਸੀ। ਇਸ ਮਾਮਲੇ ਵਿੱਚ ਕਈ ਵਾਰ ਰਵੀ ਨਾਲ ਗੱਲ ਵੀ ਕਰ ਚੁੱਕਿਆ ਸੀ, ਪਰ ਰਵੀ ਨਹੀਂ ਮੰਨਿਆ। ਇਸ ਲਈ ਉਸਨੇ ਆਪਣੇ ਮੁੰਡੇ ਨੂੰ ਸਾਡੇ ਘਰ ਭੇਜਣਾ ਚਾਹਿਆ, ਪਰ ਰਵੀ ਦੀ ਉਸ ਨਾਲ ਵੀ ਲੜਾਈ ਹੋ ਗਈ। ਜਦੋਂ ਵੀ ਮੈਂ ਨਹਾਉਣ ਜਾਂਦੀ ਸੀ, ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਇਸ ਦੇ ਕਮਰੇ ਦੇ ਬਾਥਰੂਮ ਵਿੱਚ ਜਾਂਦੀ ਸੀ ਤੇ ਉਹ ਦੀਵਾਰ ਲੰਘ ਕੇ ਮੇਰੇ ਘਰ ਆ ਜਾਂਦਾ ਸੀ। ਪਹਿਲਾਂ ਇਹ ਦੇਖਿਆ ਕਿ ਕਿਤੇ ਮੈਂ ਜਲਦੀ ਬਾਹਰ ਤਾਂ ਨਹੀਂ ਆ ਜਾਊਂਗੀ। ਫਿਰ ਉਹ ਮੇਰੇ ਮੋਬਾਈਲ ਨੂੰ ਖੋਲ੍ਹ ਕੇ ਉਸ ਵਿੱਚ ਮੇਰਾ ਨੰਬਰ ਵੀ ਲੈ ਗਿਆ ਤਾਂ ਕਿ ਮੇਰੇ ਨਾਲ ਗੱਲ ਕਰ ਸਕੇ। ਇਹ ਸਭ ਸੁਣ ਕੇ ਮੈਂ ਇਸ ਸ਼ਖਸ ਨੇ ਰਵੀ ਦੀਆਂ ਮਿਹਨਤਾਂ ਕੀਤੀਆਂ ਕਿ ਉਹ ਮੇਰੇ ਨਾਲ ਜ਼ੁਲਮ ਨਾ ਕਰੇ ਤੇ ਮੇਰਾ ਵਿਆਹ ਉਸ ਨਾਲ ਕਰਵਾ ਦੇਵੇ, ਪਰ ਰਵੀ ਨਹੀਂ ਮੰਨਿਆ। ਪਰ ਹੁਣ ਕੁਝ ਦਿਨਾਂ ਬਾਅਦ ਰਵੀ ਖੁਦ ਮੇਰਾ ਵਿਆਹ ਉਸ ਆਕਾਸ਼ ਨਾਲ ਕਰਵਾਉਣਾ ਚਾਹੁੰਦਾ। ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਮੈਨੂੰ ਆਕਾਸ਼ ਨਾਲ ਵਿਆਹ ਕਰ ਲੈਣਾ ਚਾਹੀਦਾ ਜਾਂ ਮੈਨੂੰ ਰਵੀ ਨਾਲ ਹੀ ਰਹਿਣਾ ਚਾਹੀਦਾ? ਕਮੈਂਟ ਕਰਕੇ ਜ਼ਰੂਰ ਦੱਸਿਓ।